ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸੇ ਅਵਤਾਰ ਧਾਰ ਦਰਸ ਦਿਖਾਏ। ਜਾਹਰ ਪੀਰ ਜਗਤ ਗੁਰ ਬਾਬਾ, ਜਗਤ ਗੁਰੂ ਨਿਰੰਜਨੀ ਜੋਤ। ਕਲਯੁਗੀ ਜੀਵਾਂ ਦੇ ਕਲਿਆਣ ਕਰਤਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੋਹ ਦੇ ਨਾਲ ਪਾਵਨ ਹੋਈ ਧਰਤੀ, ਸੁਲਤਾਨਪੁਰ ਸਾਹਿਬ ਦੀ ਨਗਰੀ, ਸਤਿਗੁਰਾਂ ਦਾ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ ਭਾਦਰੋਂ ਮਹੀਨੇ ਦੀ ਸੰਗਰਾਮ ਦਾ ਦਿਹਾੜਾ, ਭਾਦਰੋਂ ਦਾ ਮਹੀਨਾ ਆਰੰਭ ਹੋਇਆ, ਜੋ ਸਾਲ ਦਾ ਇਹ 6ਵਾਂ ਮਹੀਨਾ ਹੈ। ਇੱਕ ਸਾਲ ਵਿੱਚ 12 ਮਹੀਨੇ ਹਨ ਔਰ 6ਵਾਂ ਮਹੀਨਾ ਇਹ ਭਾਦਰੋਂ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅੰਦਰ ਸਤਿਗੁਰਾਂ ਨੇ 2 ਵਾਰੀ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਅੰਦਰ ਅਤੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਮਾਝ ਰਾਗ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ, ਜਿੱਥੇ ਦੀਵਾਨ ਹਾਲ ਮੰਜੀ ਸਾਹਿਬ ਹੈ, ਉਹਦੇ ਬਾਰ-ਬਾਰ ਸੰਗਤ ਵਿੱਚ ਬੈਠਿਆਂ ਹੋਇਆਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ, ਜਿਸ ਵਿੱਚ ਮਹਾਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ। ਅੰਮ੍ਰਿਤ ਵੇਲੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਇਸ ਪਵਿੱਤਰ ਮਹੀਨੇ ਦੀ ਕਥਾ ਵਿਚਾਰ ਗੁਰਸਿੱਖ ਸੰਗਤਾਂ ਨੂੰ ਸਰਵਣ ਕਰਵਾਈ ਹੈ। ਆਪਾਂ ਲੜੀਵਾਰ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ 5-7 ਮਿੰਟ ਮਹੀਨੇ ਦੀ ਵਿਚਾਰ ਸਾਂਝੀ ਕਰਦੇ ਹਾਂ। ਸਾਧ ਸੰਗਤ ਜੀ, ਗਰੀਬ ਨਵਾਜ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਹਿਲਾਂ ਇਹ ਪਵਿੱਤਰ ਪੰਕਤੀਆਂ ਪੜ੍ਹੀਏ
प्रेम सहित सब माई भाई हाजरी लाओ जी। धन श्री गुरु अर्जन देव साहब महाराज जी आप बख्शिश करते हैं। भादोए भरम भुलाणिया, भादोए भरम भुलाणिया, दूजै लगा हेत, दूजै लगा हेत, लख सिगार बनाया, लख सिगार बनाया, कारज नाहे केत, कारज नाहे केत, जित दिन देह बिनस से, जित दिन देह बिनस से, तित वेल कह सन प्रेत, तित वेल कह सन प्रेत, पकड़ चलायन दूत जम, पकड़ चलायन दूत जम, किसै न देनी भेत, किसै न देनी भेत, छड़ खड़ोते खिनै माहे, छड़ खड़ोते खिनै माहे, जिन स्यों लगा हेत, जिन स्यों लगा हेत, हाथ मरोड़ै तन कपे, हाथ मरोड़ै तन कपे, स्याह हो आसेत, स्याह हो आसेत, नानक प्रभ शरणागते, नानक प्रभ शरणागते, चरण बोहित प्रभ देत, चरण बोहित प्रभ देत, से भादोए नरक न पाई है, से भादोए नरक न पाई है,
रखण वाला हेत, गुर रखण वाला हेत। ਗਰੀਬ ਨਵਾਜ ਸਾਹਿਬ ਜੀ ਨੇ ਅੱਜ ਦੇ ਸਾਧ ਸੰਗਤ ਜੀ ਭਾਦਰੋਂ ਦੇ ਮਹੀਨੇ ਦੁਆਰਾ ਮਹਾਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਹਿਰਦੇ ਵਸਾਉਣ ਦੇ ਨਾਲ ਸਾਡਾ ਇਹ ਭਾਦਰੋਂ ਦਾ ਮਹੀਨਾ ਹੀ ਨਹੀਂ ਇਕੱਲਾ ਸਫਲਾ ਹੋਵੇਗਾ, ਇਹ ਗੁਰੂ ਕਾ ਬਚਨ ਹਿਰਦੇ ਵਸ ਜਾਵੇ ਤੇ ਸਾਰਾ ਜ਼ਿੰਦਗੀ ਦਾ ਸਮਾਂ ਹੀ ਸਫਲ ਹੋ ਜਾਵੇਗਾ। ਮਹਾਰਾਜ ਸਾਹਿਬ ਜੀ ਨੇ ਆਖਿਆ, ਭਾਦੋਏ ਭਰਮ ਭੁਲਾਣੀਆਂ। ਜੀਵ ਰੂਪ ਇਸਤਰੀਆਂ ਭਰਮ ਵਿੱਚ ਪੈ ਕਰਕੇ ਪ੍ਰਭੂ ਤੋਂ ਭੁੱਲ ਗਈਆਂ, ਪਰਮਾਤਮਾ ਪਤੀ ਤੋਂ ਭੁੱਲ ਗਈਆਂ। ਦੂਜਾ ਲੱਗਾ ਹੇਤ, ਪਰਮਾਤਮਾ ਪਤੀ ਨੂੰ ਛੱਡ ਕਰਕੇ ਦੂਜੇ ਪਾਸੇ ਜੀਵ ਰੂਪ ਇਸਤਰੀਆਂ ਦਾ ਪ੍ਰੇਮ ਲੱਗ ਗਿਆ, ਮੋਹ ਲੱਗ ਗਿਆ। ਦੇਵੀ ਦੇਵਤਿਆਂ ਵਾਲੇ ਪਾਸੇ, ਕਬਰਾਂ ਮੜੀਆਂ ਮੱਟਾਂ ਵਾਲੇ ਪਾਸੇ, ਪਦਾਰਥਾਂ ਵਾਲੇ ਪਾਸੇ, ਇੱਕ ਵਾਹਿਗੁਰੂ ਨੂੰ ਛੱਡ ਕੇ ਬਾਕੀ ਸਾਰਾ ਕੁਝ ਦੂਜਾ ਹੀ ਹੈ। ਦੂਜਾ ਲੱਗਾ ਹੇਤ। ਤੇ ਜੇ ਪਤੀ ਦੀ ਖੁਸ਼ੀ ਨਾ ਹਾਸਲ ਹੋਵੇ, ਪਤੀ ਦੀ ਆਗਿਆ ਨਾ ਮੰਨੇ, ਪਤੀ ਦੇ ਧਰਮ ਵਿੱਚ ਨਾ ਰਵੇ, ਤੇ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰੀ ਜਾਵੇ ਉਹ ਸਫਲੇ ਨਹੀਂ, ਉਹ ਨਿਸਫਲ ਹਨ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਜੀਵ ਰੂਪ ਇਸਤਰੀ ਨੇ ਧਾਰਮਿਕ ਬਾਣੀ ਪਹਿਨਣ ਰੂਪ ਤੇ ਧਾਰਮਿਕ ਸਾਧਨ ਕਰਨ ਰੂਪ ਲੱਖਾਂ ਸ਼ਿੰਗਾਰ ਬਣਾਏ, ਉਹ ਕਿਸੇ ਕੰਮ ਨਹੀਂ ਹਨ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕਹਿਸਨ ਪ੍ਰੇਤ। ਪੰਜਵੇਂ ਪਾਤਸ਼ਾਹ ਕਹਿੰਦੇ, ਬੰਦਿਆ ਜਿਸ ਦਿਨ ਤੇਰੀ ਦੇਹ ਨਾਸ ਹੋਵੇਗੀ ਨਾ, ਉਸ ਦਿਨ ਤੈਨੂੰ ਪ੍ਰੇਤ ਕਹਿਣਗੇ, ਸਾਰੇ ਭੂਤ ਕਹਿਣਗੇ, ਪ੍ਰੇਤ ਕਹਿਣਗੇ। ਘਰ ਕੀ ਨਾਰ ਉਰਹ ਤਨ ਲਾਗੇ, ਉਹ ਤਾਂ ਭੂਤ ਭੂਤ ਕਰ ਭਾਗੀ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਫਿਰ ਤੈਨੂੰ ਅਪਵਿੱਤਰ ਕਹਿਣਗੇ, ਤੈਨੂੰ ਪ੍ਰੇਤ ਕਹਿਣਗੇ। ਤੇ ਮਹਾਰਾਜ ਕਹਿੰਦੇ ਦੇਹ ਬਿਨਸਣ ਦੇ ਨਾਲ ਇੱਥੇ ਹੀ ਕਹਾਣੀ ਖਤਮ ਨਹੀਂ ਹੋਣੀ। ਸਰੀਰ ਤੇਰਾ ਜਿਹੜਾ ਹੈ ਨਾ, ਇਹ ਸਥੂਲ ਸਰੀਰ, ਇਹਨੂੰ ਲਿਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਇਹਦਾ ਸੰਸਕਾਰ ਕਰ ਦਿੱਤਾ ਜਾਵੇਗਾ, ਪਰ ਤੇਰੇ ਸੂਖਮ ਸਰੀਰ ਨੂੰ ਜਮਦੂਤ ਫੜ ਕੇ ਅੱਗੇ ਤੋਰ ਲੈਣਗੇ। ਜਮਦੂਤ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਕਿਸੇ ਨੂੰ ਭੇਤ ਵੀ ਨਹੀਂ ਦੇਣਗੇ ਵੀ ਇਹਨੂੰ ਕਿੱਥੇ ਲੈ ਕੇ ਚੱਲੇ, ਕਿੱਥੇ ਲੈ ਕੇ ਜਾ ਰਹੇ, ਜਦੋਂ ਜਮਦੂਤ ਫੜ ਕੇ ਲੈ ਕੇ ਜਾਣ। ਛੱਡ ਖੜੋਤੇ ਖਿਣੈ ਮਾਹੇ, ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਸੰਬੰਧੀਆਂ ਦੇ ਨਾਲ, ਜਿਨ੍ਹਾਂ ਪਦਾਰਥਾਂ ਦੇ ਨਾਲ ਤੇਰਾ ਹੇਤ, ਤੇਰਾ ਮੋਹ ਲੱਗਾ ਹੋਇਆ ਨਾ, ਮਹਾਰਾਜ ਕਹਿੰਦੇ ਜਦੋਂ ਸਵਾਸ ਪੂਰੇ ਹੋ ਗਏ ਉਹਨਾਂ ਨੇ ਛੱਡ ਕੇ ਪਰੇ ਹੋ ਜਾਣਾ। ਇੱਕ ਖਿਣ ਵਿੱਚ ਹੀ ਛੱਡ ਕੇ ਪਰੇ ਹੋ ਗਏ। ਛੱਡ ਖੜੋਤੇ ਖਿਣੈ ਮਾਹੇ, ਜਿਨ ਸਿਓ ਲੱਗਾ ਹੇਤ। ਤੇ ਜਦੋਂ ਜਿੰਦ ਨਿਕਲਦੀ ਹੈ ਨਾ, ਸਰੀਰ ਦੇ ਵਿੱਚੋਂ ਜਿੰਦ ਕੱਢੀ ਜਾਂਦੀ ਹੈ, ਜਮਦੂਤ ਲੈ ਕੇ ਜਾਂਦੇ ਆ। ਮਹਾਰਾਜ ਕਹਿੰਦੇ ਫਿਰ ਹੱਥ ਮਰੋੜਾ ਹੈ ਤਨ ਕਪੇ। ਹੱਥ ਮਰੋੜਦਾ ਉਸ ਵੇਲੇ, ਕਿਉਂਕਿ ਦਰਦ ਹੁੰਦੀ ਹੈ, ਪੀੜ ਹੁੰਦੀ ਹੈ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਹਜ਼ਾਰਾਂ ਬਿੱਛੂ ਜਿਵੇਂ ਇਕੱਠਾ ਡੰਗ ਮਾਰਨ ਤੇ ਜਿੰਨੀ ਪੀੜ ਹੁੰਦੀ ਆ, ਜਦੋਂ ਜਿੰਦ ਸਰੀਰ ਚੋਂ ਨਿਕਲਦੀ ਇੰਨੀ ਜ਼ਿਆਦਾ ਪੀੜ ਹੁੰਦੀ ਆ। ਜਿਵੇਂ ਬੇਰੀ ਦੇ ਛਾਪੇ ਨੂੰ, ਜਿਹੜਾ ਕੰਡਿਆਂ ਵਾਲਾ ਛਾਪਾ ਹੈ, ਉਹ ਕਿਸੇ ਦੇ ਮੁੱਖ ਥਾਣੀ ਪਾ ਕੇ ਉਹਦੇ ਸਾਰੇ ਸਰੀਰ ਦੇ ਅੰਦਰ ਫੇਰਿਆ ਜਾਵੇ ਤੇ ਮੂਲ ਦੁਆਰੇ ਤੋਂ ਬਾਹਰ ਕੱਢਿਆ ਜਾਵੇ, ਤੇ ਜਿਵੇਂ ਅੰਦਰ ਦੀਆਂ ਨਾੜਾਂ ਖਿੱਚ ਕੇ ਲਿਆਉਂਦਾ ਛਾਪਾ ਬਾਹਰ, ਤੇ ਕਿੰਨੀ ਪੀੜ ਹੋਵੇਗੀ ਜਦੋਂ ਸਰੀਰ ਦੇ ਅੰਦਰ ਕੰਡਿਆਂ ਵਾਲਾ ਛਾਪਾ ਫੇਰਿਆ ਜਾਵੇ। ਕਹਿੰਦੇ ਵੀ ਜਿਵੇਂ ਆਂਦਰਾਂ ਟੁੱਟਦੀਆਂ ਨਾ, ਜਦੋਂ ਮੌਤ ਆਉਂਦੀ ਇੰਨੀ ਜ਼ਿਆਦਾ ਪੀੜ ਹੁੰਦੀ ਹੈ। ਆਮ ਸਧਾਰਨ ਵਿਅਕਤੀ ਦੀ ਇਹ ਗੱਲ ਕਥਨ ਕੀਤੀ ਹੈ, ਇਹ ਗੁਰਮੁਖਾਂ ਵਾਸਤੇ ਤੇ ਭਗਤਾਂ ਤੇ ਮਹਾਂਪੁਰਖਾਂ ਵਾਸਤੇ ਨਹੀਂ। ਉਹਨਾਂ ਬਾਰੇ ਲਿਖਿਆ, ਉਹ ਤਾਂ ਸਰੀਰ ਨੂੰ ਇੰਜ ਤਿਆਗ ਦਿੰਦੇ ਜਿਵੇਂ ਫੁੱਲਾਂ ਦੀ ਮਾਲਾ ਲਾ ਕੇ ਪਰੇ ਰੱਖ ਦਈਏ। ਪਰ ਜਿਹੜਾ ਸੰਸਾਰ ਦੇ ਧੰਦਿਆਂ ਜੰਜਾਲਾਂ ਵਿੱਚ ਫਸਿਆ ਹੋਇਆ, ਉਹਨੂੰ ਇੰਨੀ ਜ਼ਿਆਦਾ ਪੀੜ ਹੁੰਦੀ ਹੈ, ਇਹ ਦੁੱਖ ਆਉਂਦਾ।
उस मौके ते फिर जिंद निमाणी कढ़िए हड्डा कू कड़काए। जदों हड्डां नूं कड़का के जिंद विचों कढ़ी जाती है ना, हथ मरोड़ा है, तन कपे, फिर शरीर कंबदा है, तन कंबदा है, तो हथ मरोड़े जाते दर्द दे नाल। सामने वो जमदूत दिसदे आ काले मूँहां वाले, उन्होंने वेख वेख के डर के भी कंबदा है। हथ मरोड़ा है, तन कपे, हथ मलदा उस वेले, ते शरीर जदों कपे कट्टिया जाता है सथूल शरीर नालों सूखम शरीर, तो उस मौके दे उत्ते हथ मल मल के, हथ मसल के ते पश्चाताप करदा भी इन्ना समा जिंदगी दा मिलिया सी, सत संगत ना कर सकिया, सिमरन ना कर सकिया, गुरसिੱਖੀ ना धारण कर सकिया, सेवा ना कर सकिया, कोई चंगियाई ना जीवन विच कीती। फिर पश्चाताप करदा। सियाह होआ सेत, हुण चेहरे दा रंग काला हुंदा है, काले तो बाद सेत चिट्टा हो जाता है। जिहड़ा है पहला दग दग करदा लाल सुरख चेहरा सी ना, उहदा रंग काला पै जांदा श्वास पूरे होण तो, ते चिट्टा बग्गा जिहा रंग भी हो जाता है। महाराज कहंदे जेहा बीजै सो लाउणा है, करमा संदड़ा खेत। जिहो जिहा कोई बीज बीजदा है ना, उहो जिहा उहनूं वड्ढना पैंदा वा। इह शरीर कर्मां दा बीज बीजण दा खेत आ। एक जमीन वा, एक खेत वा। जिहो जिहा कोई चंगे माड़े कर्म करेगा शरीर दे हुंदियां, स्वासां दे हुंदियां, उन्हें जाणो कि शरीर रूपी खेत दे विच बीज बीजे, ते जिहड़ा बीज बीज दिता उन्हें पुंगरना जरूर, उन्हें उगना जरूर। जिवें जमीन विच जिमींदार उन्हें जिन्हें झोना बीजिया उन्हें झोना वड्ढना, जिन्हें बासपति बीजी उन्हें बासपति वड्ढनी। ते इत्थे जिन्हें चंगे कर्म कीते, चंगे बीज बीजे, उन्हें सुख प्राप्त करना, जिन्हें माड़े कर्म कीते उन्हें दुख प्राप्त करना। पर महाराज कहंदे भी ये जीव जिहड़ा इन्हां च भालदा सुख वा, काम माड़े करदा। बीज दा जहर वा ते चाहुंदा भी मैनूं अमृत मिल जावे। बीजे बिख मंगे अमृत, वेखो एहो न्याओ। ऐसी इहदी हालत आ। फरीदा लोड़ है दाख बिजौरियां, किकर बीजै जट, हंडे उन कताए दा पैदा लोड़ है पट। पर महाराज कहंदे जिहो जिहा कर्म करदा है ना, उहो जिहा फल तैनूं मिलना। इस करके चंगे कर्म भाई करिया कर। जेहा बीजै सो लाउणा है, कर्मा संदड़ा खेत। नानक प्रभ सरनागते, चरण बोहित प्रभ देत। पंजवें पातशाह कहंदे जिहड़ा जीव प्रभु दी शरण विच आ जांदा है ना, आके तरला पाउंदा है, ते वाहिगुरू परमेश्वर फिर अपनी शरण आए नूं, संगत विच आए नूं अपने चरनां दा जहाज दे दिंदे आ, अपने नाम दा जहाज दे दिंदे आ, ते नाम दे जहाज ते चढ़ा के संसार समुद्र तो पार कर देंदे आ। से भादोए नरक ना पाई है, गुर रखण वाला हेत। महाराज कहंदे भाई भादरों महीने का उपदेश आ, ਉਹ जीव नरकां विच नहीं पाए जाते जिन्हां दी रखिया करन वाला गुरु हो जाता। ਜਿਹੜੇ गुरु साहब नाल हेत प्रेम करते आ, उन्हां नाल फिर सतगुरु भी प्रेम करते आ। ते सतगुरु महाराज अपने सिखां सेवकां नूं लोक विच भी रखते आ, ते परलोक विच भी रखिया करते आ। इत्थे उत्थे रखवाला रब सतगुर दीन दयाला। ये साध संगत जी महाराज ने भादरों के महीने का पवित्र उपदेश बख्शिया। लड़ीवार रूप दे विच जगत गुरु जी दे पावन इतिहास की गाथा सरवण कर रहे हाँ। धन श्री गुरु नानक देव साहब महाराज जी का विआह का दिन पक्का होया है। साध संगत जी साहा वजा, साए चिट्ठी आ गई है बेबे नानकी जी के घर में, भाईया जय राम जी के पास वो पढ़ी है। बहुत खुशियां मनाइया बेबे नानकी जी ने इत्थे सुल्तानपुर लोधी की धरती को। निते ब्राह्मण नूं भेजिया राय भोए की तलवंडी, माता पिता जी नूं जाके खबर दी है। ते माता पिता ने भी अपने घर दे विच बहुत खुशियां मनाइया। चा चढ़ के पिता मेहता कल्याण चंद जी, इन्नी खुशी हुई है धन माता तृप्ता जी नूं, वो अंगां विच ही नहीं खुशी समाई जाती है। माता जी ने बहुत मिठे पकवान मंगवा करके वंडे हैं, ते नगर दियां माइयां बीबियां घरे बिठाइयां, उन्होंने आ करके सभ्यक खुशी के गीत गाए हैं। और दरवाजे उत्ते छोटे वड्डे नगारे वजन लगे, भेड़ियां वजन लगियां, मंगते आउण लगे। मेहता कल्याण चंद जी के घर में राय भोए की तलवंडी, उन्होंने मूँह मंगिया दान दिता, मठियाइयां दित्तियां।
बहुत खुशी है, बड़ा चाह है। तो इस प्रकार फिर अगे इस तो अगे की वारता हुई है। राय भोए की तलवंडी माता पिता जी खुशियां मना रहे हैं। शरधा भावना के नाल सरवण करिए। जगत गुरु जी का ध्यान धरदिया होया उचारण करो जी सतनाम श्री वाहे गुरु साहिब जी। जो खानदान की रीत सी ना, सतगुरु धन धन श्री गुरु नानक देव साहब महाराज जी के पिता जी ने, महिता कल्याण चंद जी ने, वो सारी अपनी कुल की रीत की है। जो बेदी भाईचारा उन्होंने सारिਆਂ ਨੂੰ अपने घरे बुलाया ते बेदी परिवार सारा ही आया हिरदे विच खुश हो करके। फिर कहते हैं कि अपने मुख तो बोल करके अपने सौहरे परिवार के घर विच, जो महिता कल्याण चंद जी का सौहरा नगर है चाहल, धन माता तृप्ता जी का पेका पिंड है चाहल पिंड लाहौर के इलाके दे विच, तां उस थां ते अपने सौहरे घर दे विच खबर भेजी है छेती दे नाल। एक आदमी नूं भेजिया है कि जा करके मेरे सौहरे पिंड दे विच मेरे पुत्र दे नानके परिवार नूं जाके खबर दे के आओ। धन श्री गुरु नानक देव साहब महाराज जी दे नाना जी ने, नानी जी ने, मामा जी ने चाहल पिंड दे विच जदों नानकियां ने खबर सुनी है ना, नाना नानी जी ने कि साडे दोते दे विआह दा दिन नेड़े आ गया है, साई चिट्ठी आ गई है। मामा कृष्णा जी ने जदों सुनिया है तो उन्होंने भी बहुत चाह चढ़िया तो मंगल कीते, अपने घर दे विच खुशियां मनाइयां हन। मन भाउंदियां खुशियां मना करके अपने घरे ते फिर मन भाउंदा जो साजो समान है जो चाहिदा सी वो सारा लै करके सुख पा करके चाहल पिंड तो चले आ नानका परिवार ते राय भोए दी तलवंडी आ गए हन। जदों इत्थे आ गए ना नाना जी सत्कारयोग नाना बाबा रामा जी, नानी माता पिराई जी ते मामा सत्कारयोग बाबा कृष्णा जी, ये सारे जदों आए आ राय भोए दी तलवंडी महिता कल्याण चंद जी नूं मिले, परिवार सारे नूं मिले ते मिल के विचार कीती है ते फिर विचार करके सुल्तानपुर लोधी नूं इधर नूं आउण लगे हन। नानके परिवार ने आख्या भी जिन्ना कुछ चाहिदा ना उत्थे खर्चन खर्चाउण वास्ते वो सारी समगरी आपां लैके चलीए, कोई वस्तु भुल ना जावे, ध्यान दे नाल सारा कुछ लैके चलीए। महिता कल्याण चंद जी राय बुलार जी दे पास गए तां जा करके बेनती की है ते सलाम आखी है कि राय जी सलाम हो गए, नमस्कार कीती है ते फिर बेनती करते हन। आखिया राय जी आप जी दे दास तुहाडे दास नानक दा विआह है ते मैं अपने मन विच हुण ये गल धारण कीती है कि मैं सुल्तानपुर लोधी जावां। हुण मैं जा करके सुल्तानपुर लोधी ते तुहाडे दास दे विआह दे विच हाज़र होवां, भाव अपने पुत्र दे विआह दे विच मैं चलिया हाँ। हे राय जी मैं आप जी दे कोलों आग्या लैण वास्ते आया हाँ ते नाले आप जी मैनू कोई सियाणी गल भी बुझा दिओ, कोई समझा दिओ भी अपने पुत्र दा मैं विआह किस रीति दे नाल जाके करां। तुसीं सियाणे हो ते राय जी मैनू सियाणप दी कोई गल भी दसो, नाले कोई सियाणी गल कोई सलाह मशवरा भी मैनू दे दिओ, क्योंकि बड़ा प्यार सी गुरु जी दे पिता जी दा
ਤੇ ਰਾਏ ਬੁਲਾਰ ਜੀ ਦਾ। ਤਲਵੰਡੀ ਦੇ ਹਾਕਮ ਸਨ ਰਾਏ ਬੁਲਾਰ, ਤੇ ਰਾਏ ਬੁਲਾਰ ਮੁਸਲਮਾਨ ਹਨ ਸਾਧ ਸੰਗਤ ਜੀ, ਭੱਟੀ ਮੁਸਲਮਾਨ। ਤੇ ਮਹਿਤਾ ਕਲਿਆਣ ਚੰਦ ਜੀ ਦਾ ਬਹੁਤ ਜ਼ਿਆਦਾ ਪਿਆਰ ਹੈ। ਹੁਣ ਵੀ ਸਾਧ ਸੰਗਤ ਜੀ ਸਭ ਸ਼ਹਿਰਾਂ ਵਿੱਚ, ਪਿੰਡਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਹੈ ਉਹ ਸਾਰਿਆਂ ਦਾ ਹੈ। ਗੁਰਸਿੱਖਾਂ ਦਾ ਵੀ, ਹਿੰਦੂ ਪਰਿਵਾਰ ਵੀ ਆ, ਮੁਸਲਮਾਨ ਪਰਿਵਾਰ ਵੀ ਆ। ਉਸ ਮੌਕੇ ਤੇ ਵੀ ਸਾਰਿਆਂ ਦਾ ਭਾਈਚਾਰਾ, ਇੱਕ ਦੂਜੇ ਦੇ ਨਾਲ ਗੱਲਬਾਤ ਵੀ ਸਾਂਝੀ, ਤੇ ਵਿਆਹ ਸ਼ਾਦੀ ਤੇ ਵੀ ਇੱਕ ਦੂਜੇ ਦੇ ਆਉਂਦੇ ਜਾਂਦੇ ਸੀ। ਤੇ ਹੁਣ ਵੀ ਸਾਰਾ ਇਸੇ ਤਰ੍ਹਾਂ ਹੈ। ਜਿਹੜੇ ਪਿਆਰ ਵਾਲੇ, ਪ੍ਰੇਮ ਵਾਲੇ ਆ, ਉਹ ਇੱਕ ਦੂਜੇ ਦੇ ਨਾਲ ਮਿਲਵਰਤਨ ਹੈ। ਧਰਮ ਆਪੋ ਆਪਣਾ ਹੈ, ਜਿਹੜੀ ਸਮਾਜਿਕ ਸਾਂਝ ਹੈ ਉਹ ਸਾਧ ਸੰਗਤ ਜੀ ਹੈ ਇੱਕ ਦੂਜੇ ਦੇ ਨਾਲ। ਔਰ ਗੁਰੂ ਸਾਹਿਬਾਂ ਦੇ ਨਾਲ ਵੀ ਇਸੇ ਤਰ੍ਹਾਂ ਮਿਲਵਰਤਨ ਰਿਹਾ ਹੈ। ਕਿੰਨੇ ਮੁਸਲਮਾਨਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਮਹਾਰਾਜ ਦੇ ਸ਼ਰਧਾਲੂ ਹੋਏ, ਔਰ ਉਹਨਾਂ ਨੇ ਆਪਣੇ ਧਰਮ ਵਿੱਚ ਰਹਿੰਦਿਆਂ ਗੁਰੂ ਕੀ ਸੇਵਾ ਕੀਤੀ ਤੇ ਗੁਰੂ ਦੀਆਂ ਖੁਸ਼ੀਆਂ ਵੀ ਲਈਆਂ। ਉਹਨਾਂ ਦੇ ਵਿੱਚ ਸਾਈਂ ਮੀਆਂ ਮੀਰ ਵਰਗੇ, ਸ਼ਾਹ ਦੌਲੇ ਵਰਗੇ, ਗਨੀ ਖਾਂ ਨਬੀ ਖਾਂ ਵਰਗੇ, ਪੀਰ ਭੀਖਣ ਸ਼ਾਹ ਜੀ ਵਰਗੇ, ਪੀਰ ਬੁੱਧੂ ਸ਼ਾਹ ਵਰਗੇ। ਇਹ ਤਾਂ ਰੌਲਾ ਹੀ ਕੋਈ ਨਹੀਂ ਹੈ ਸਾਧ ਸੰਗਤ ਜੀ। ਰੌਲਾ ਤੇ ਕੁਝ ਕੁ ਲੋਕਾਂ ਨੇ ਉਹ ਆਪਣੇ ਤੋਂ ਇਸੇ ਪ੍ਰਕਾਰ ਆਪਣੇ ਕੋਈ ਗੌਂ ਗਰਜਾਂ ਕਰਕੇ ਪਾਇਆ। ਬਾਕੀ ਤਾਂ ਸਾਰੇ ਆਪਸ ਦੇ ਵਿੱਚ ਸਾਂਝ ਰੱਖਦੇ ਆ, ਭਾਈਚਾਰਕ ਸਾਂਝ ਹੈ ਹਰ ਇੱਕ ਦੀ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਉਹ ਵੀ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ, ਤੇ ਮਹਾਰਾਜ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ। ਤਾਂ ਇੱਥੇ ਇਹ ਬੜੀ ਗੂੜੀ ਸਾਂਝ ਹੈ ਮਹਿਤਾ ਕਲਿਆਣ ਚੰਦ ਜੀ ਦੀ ਤੇ ਰਾਏ ਬੁਲਾਰ ਜੀ। ਤੇ ਨਾਲੇ ਉਹਨਾਂ ਕੋਲੇ ਨੌਕਰੀ ਕਰਦੇ, ਉਹ ਹਾਕਮ ਵਾ 20-22 ਪਿੰਡਾਂ ਦੇ। ਤੇ ਉਹ ਸਾਰੇ ਪਿੰਡਾਂ ਦੀ ਜਿਹੜੀ ਪਟਵਾਰੀ ਦੀ ਨੌਕਰੀ ਉਹ ਮਹਿਤਾ ਕਲਿਆਣ ਚੰਦ ਜੀ ਨੂੰ ਦਿੱਤੀ ਹੋਈ ਹੈ। ਸੋਦਰ ਸਮਕਾਲੂ ਸੰਗ ਪਿਆਰੂ, ਤਲਵੰਡੀ ਮਹਿਰਾਏ ਬੁਲਾਰੂ, ਸੋਦਰ ਸਮਕਾਲੂ ਸੰਗ ਪਿਆਰੂ, ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਤਾਂ ਆਖਿਆ ਜੀ ਕੋਈ ਮੈਨੂੰ ਸਿਆਣਪ ਦੀ ਗੱਲ ਵੀ ਦੱਸੋ, ਕੋਈ ਸਲਾਹ ਮਸ਼ਵਰਾ ਵੀ ਦਿਓ, ਨਾਲੇ ਆਗਿਆ ਦਿਓ ਤੇ ਮੈਂ ਜਾ ਕੇ ਸੁਲਤਾਨਪੁਰੇ ਆਪਣੇ ਪੁੱਤਰ ਦੇ ਵਿਆਹ ਦਾ ਕਾਰਜ ਕਰਾਵਾਂ। ਤੇ ਰਾਏ ਬੁਲਾਰ ਨੂੰ ਗੁੱਸਾ ਚੜ ਗਿਆ ਇੰਨੀ ਗੱਲ ਸੁਣ ਕੇ, ਰੋਸ ਵਿੱਚ ਆ ਗਿਆ ਰਾਏ ਬੁਲਾਰ। ਆਖਿਆ ਬਾਬਾ ਕਾਲੂ ਤੇਰੀ ਮਤ ਅਣਜਾਣ ਹੀ ਰਹੀ ਨਿਤ, ਤੂੰ ਸਮਝਦਾ ਨਹੀਂ ਹੈ, ਤੂੰ ਅਣਜਾਣ ਪੁਣੇ ਵਿੱਚ ਹੀ ਗੱਲਾਂ ਕਰਦਾ ਹੈ। ਤੂੰ ਸ੍ਰੀ ਨਾਨਕ ਜੀ ਨੂੰ ਆਪਣਾ ਪੁੱਤਰ ਪਛਾਣਦਾ ਹੋਇਆ ਉਹਨਾਂ ਦੇ ਭੇਦ ਨੂੰ ਨਹੀਂ ਜਾਣਦਾ ਹੈ, ਤੇ ਮੈਨੂੰ ਵੀ ਗੁਨਾਹੀ ਕਰਦਾ ਹੈ, ਨਾਲ ਮੈਨੂੰ ਵੀ ਦੋਸ਼ੀ ਕਰਦਾ ਹੈ। ਬਿਨ ਜਾਨੀ ਤੂੰ ਜਾਣਦਾ ਨਹੀਂ ਹੈ ਮਹਿਮਾ ਨੂੰ, ਸ੍ਰੀ ਨਾਨਕ ਜੀ ਦੀ ਵਡਿਆਈ ਨੂੰ ਨਹੀਂ ਜਾਣਦਾ ਹੈ, ਇਸ ਕਰਕੇ ਅਣਜਾਣ ਪੁਣੇ ਵਿੱਚ ਐਸੀ ਗੱਲ ਕਰ ਦੇਣਾ ਹੈ, ਮੈਨੂੰ ਵੀ ਗੁਨੇਗਾਰ ਕਰ ਦੇਣਾ ਹੈ। ਤੇ ਤੂੰ ਆਪਣੇ ਮਨ ਦੇ ਵਿੱਚ ਸ੍ਰੀ ਨਾਨਕ ਜੀ ਨੂੰ ਮੇਰਾ ਦਾਸ ਸਮਝਦਾ ਹੈ, ਜੋ ਤਿੰਨਾਂ ਲੋਕਾਂ ਦੇ ਮਾਲਕ ਆ ਤੇ ਤਿੰਨਾਂ ਲੋਕਾਂ ਦੀ ਕਲਿਆਣ ਕਰਨ ਵਾਲੇ, ਮੁਕਤੀ ਦੇ ਦਾਤੇ ਆ। ਜੋ ਮੇਰੇ ਮਾਲਕ ਵਾ ਮੈਂ ਉਹਨਾਂ ਦਾ ਦਾਸ ਹਾਂ। ਤੇ ਹੇ ਮਹਿਤਾ ਕਲਿਆਣ ਚੰਦ ਤੂੰ ਅਣਜਾਣ ਪੁਣੇ ਵਿੱਚ ਸ੍ਰੀ ਨਾਨਕ ਜੀ ਨੂੰ ਮੇਰਾ ਦਾਸ ਕਹਿਣਾ ਹੈ, ਕਿਉਂਕਿ ਮਹਾਰਾਜ ਦੇ ਪਿਤਾ ਜੀ ਨੇ ਆਖਿਆ ਸੀ ਰਾਏ ਜੀ ਤੁਹਾਡੇ ਦਾਸ ਦਾ ਵਿਆਹ, ਤੇ ਮੈਂ ਉੱਥੇ ਜਾਵਾਂ ਸੁਲਤਾਨਪੁਰ ਲੋਧੀ ਤੇ ਵਿਆਹ ਦੇ ਕਾਰਜ ਕਰਾਵਾਂ। ਇਸ ਗੱਲ ਤੋਂ ਗੁੱਸਾ ਆਇਆ ਰਾਏ ਬੁਲਾਰ ਨੂੰ ਵੀ ਜੋ ਤਿੰਨਾਂ ਲੋਕਾਂ ਦਾ ਮਾਲਕ ਹੈ, ਤੇ ਹੇ ਮਹਿਤਾ ਕਲਿਆਣ ਚੰਦ ਉਹਨਾਂ ਨੂੰ ਤੂੰ ਮੇਰੇ ਦਾਸ ਕਹਿਣਾ ਹੈ, ਮੈਂ ਆ ਦਾਸ ਉਹਨਾਂ ਦਾ, ਉਹ ਤਾਂ ਮੇਰੇ ਮੁਰਸ਼ਦ, ਉਹ ਤਾਂ ਮੇਰੇ ਮਾਲਕ ਹਨ। ਇਹ ਮਹਿਤਾ ਕਲਿਆਣ ਚੰਦ ਤੇਰੇ ਇਹ ਬੋਲ ਅਣਜਾਣ ਪੁਣੇ ਵਾਲੇ ਸੁਣ ਕਰਕੇ ਮੇਰੇ ਹਿਰਦੇ ਦੇ ਵਿੱਚ ਦੁੱਖ ਹੁੰਦਾ ਹੈ। ਦੁਬਾਰਾ ਨਾ ਇਸ ਤਰ੍ਹਾਂ ਦੇ ਬੋਲ ਬੋਲੀ, ਫਿਰ ਨਾ ਆਖੀ ਸ੍ਰੀ ਨਾਨਕ ਜੀ ਨੂੰ ਮੇਰਾ ਦਾਸ, ਉਹ ਤਾਂ ਮੇਰੇ ਮਾਲਕ ਆ, ਉਹ ਤਾਂ ਮੇਰੇ ਸੁਆਮੀ ਹਨ। ਮੈਂ ਤਾਂ ਮਹਿਤਾ ਕਲਿਆਣ ਚੰਦ ਤੈਨੂੰ ਬਹੁਤ ਵਾਰੀ ਬਹੁਤ ਤਰੀਕੇ ਨਾਲ ਸਮਝਾ ਰਿਹਾ ਹਾਂ,
पर मेरी एक भी गल तू कदे नहीं मनी है। ਮਹਿਤਾ ਕਲਿਆਣ ਚੰਦ जी ਕਹਿੰਦੇ हे राय जी सुनो मेरी गल भी। राय जी मैं तो ਤੁਹਾਨੂੰ ईश्वर ਦੇ ਬਰਾਬਰ ਜਾਣਦਾ कि मेरे वास्ते तुसी ईश्वर ਦੇ समान हो। फिर दूसरी गल ये है तुहाडी उम्र वड्डी है, तुसी बजुर्ग हो। तीजी गल ये है कि तुसी नगर दे मालक हो, राजे हो। इस करके मैं आप जी का आदर मान पछाणदा होया जानदा होया तां आप जी नूं ये आदर देना हाँ। राय बलार जी कहंदे मਹਿਤਾ आदर होर गल्लां विच है, इस तरह आदर नहीं हुंदा। ये ਮਹਿਤਾ कल्याण चंद इस तरह मैं इहदे विच हीनत मानदा, अपने आप दी ਜਿਹੜੀ ਆ ਉਹ ਹੀਣਤਾ ਹੀ ਸਮਝਦਾ ਹਾਂ। ਇਸ ਵਿੱਚ ਮੈਂ ਆਪਣੀ ਨਰਾਦਰੀ ਸਮਝਦਾ ਹਾਂ ਕਿ ਇਹਦੇ ਵਿੱਚ ਹੀਣਤਾ ਹੀ ਹੈ, ਕਿਉਂਕਿ ਜੋ ਮੁਕਟ ਹੈ ਉਹ ਸੀਸ ਉੱਤੇ ਪਾਇਆ ਹੀ ਸ਼ੋਭਦਾ ਹੈ। ਹਾਂ, ਜਿਹੜਾ ਪੈਰੀ ਪਾਉਂਦਾ ਹੈ ਨਾ ਮੂੜ ਮੈਂ ਠਾਣਤ ਹਾਂ, ਉਹਨੂੰ ਮੈਂ ਮੂਰਖ ਜਾਣਦਾ ਹਾਂ। ਕਿਉਂਕਿ हे ਮਹਿਤਾ ਕਲਿਆਣ ਚੰਦ मुकट सीस उत्ते ही पाया शोभदा है, पैरी पाया नहीं शोभदा। मुकट सिर उत्ते ही पाया जाता है। भाव यह है भी श्री गुरु नानक देव साहब जी उन्होंने स्वामी आखना ही शोभदा है, उन्होंने दास आखना नहीं शोभदा। उन्होंने असी दास हाँ, मैं उन्हों का दास हाँ, वो तो मेरे मालक आ, वो तो तिना लोगों के मालक। ये राय बलार जी की शरधा है साध संगत जी, कितना वड्डा सिदक है राय बलार का। और भाई साहब भाई वीर सिंह जी लिखते कहते भी तलवंडी दे राजा राय बलार जी का सिदक असां लई सिक्ख्या दाता है, साडे वास्ते सिक्ख्या दाता है। आप किस अद्भुत जुगती नाल बाबा कालू जी नूं समझा रहे हैं कि मुकट सिर पर शोभदा है, पैरी पाया वो शोभा नहीं देंदा, किंतु पावन वाले दी अजोगता है। फिर बाबे कालू जी नूं आखना कि बिन बख्शण बख्शे सदा, सो कैसी उच्चता दर्शाई अगे जाके दसणगे। ये भाई वीर सिंह जी ने बोल लिखे हैं कि कैसा सिदक है राय बुलार जी का। ਮਹਿਤਾ कल्याण चंद जी कहन लगे राय जी हुण मैं जो कह बैठा वा हुण दा क्या होया, मैनू बख्श देवो, दोबारा मैं ये गल नहीं कहांगा। राय जी भावें तुसीं हर वारी कहंदे हो भी इस तरह ना किया कर, मेरे चित्त विचों भुल जाती है गल, मैनू नहीं चेते रहिंदी ते मैं सुभावक ही कह देंदा हाँ। पर मैं हुण इस गल नूं संभाल के रखांगा, याद रखांगा भी दोबारा इस तरह ना कहां। राय बलार जी कहंदे आ भी मैं ਮਹਿਤਾ कल्याण चंद बख्शण वाला कौन हाँ। जो बख्शण दे जोग है ना वही बख्शणगे, बख्शण दे जोग धन श्री नानक जी हन, क्योंकि श्री नानक जी वो पुत्र रूप दे विच तेरे घर विच हन। जेड़े बख्शण तो बिना वा ना, जेड़े नहीं बख्शे जाण वाले उन्होंने भी वो सदा बख्शदे आ, उही बख्शण वाले हन। इस करके हुण जाओ तुसी ते मेरी तरफ तो भी श्री नानक चंद जी दे अगे, श्री नानक जी दे अगे मेरी तरफों भी बेनतियां करियो, नमस्कार करियो। ये ਮਹਿਤਾ कल्याण चंद तुहाडी मुराद तुहानू हासिल होवे, तुहाडे कारज रास होण, खुदा तुहाडे विआह दे सारे कारज सवार दवे। हे ਮਹਿਤਾ सूमता ना करी, एवें सूमताई ना करी, कंजूसपुणा ना करी, विआह दे विच कंजूसपुणा सूमताई नाश करके दूर करके ते हिरदे दी खुल दिली करके
ਦਾਨੀ ਸੁਭਾਅ ਧਾਰਨ ਕਰਕੇ ਇਹ ਕੀਰਤੀ ਵਾਲਾ, ਇਹ ਜਿਸ ਵਿੱਚ ਵਡਿਆਈ ਹੋਵੇ, ਕੀਰਤਕਾਰੀ, ਇਹ ਵਿਆਹ ਦੇ ਵਿੱਚ ਜਸ ਫੈਲੇ ਐਸਾ ਵਿਆਹ ਕਰੋ ਜਾ ਕੇ ਸ੍ਰੀ ਨਾਨਕ ਜੀ ਦਾ। ਖੁੱਲਾ ਧਨ ਉੱਥੇ ਵਰਤਿਓ, ਐਵੇਂ ਸੂਮਤਾਈ ਨਾ ਕਰੀ। ਸੂਮਤਾਈ ਛੱਡ ਕੇ ਤੇ ਖੁੱਲ ਦਿਲੀ ਦੇ ਨਾਲ, ਉਦਾਰ ਚਿੱਤ ਦੇ ਨਾਲ ਖੁੱਲਾ ਧਨ ਵਰਤੀ। ਤੇ ਮੇਰੇ ਘਰ ਵਿੱਚੋਂ ਮਹਿਤਾ ਜੀ ਜੋ ਚਾਹੀਦਾ ਉਹ ਲੈ ਲਵੋ। ਜੋ ਇਹ ਭਾਰੀ ਧਨ ਵਾ ਨਾ ਮੇਰੇ ਘਰ ਵਿੱਚ, ਪਾਲਕੀਆਂ, ਰੱਥ, ਸਾਰਾ ਹੀ ਸਾਜੋ ਸਮਾਨ, ਜੋ ਕੁਝ ਚਾਹੀਦਾ ਵਾ ਪਿਆਰੇ ਸ੍ਰੀ ਨਾਨਕ ਜੀ ਦੇ ਵਿਆਹ ਵਾਸਤੇ, ਉਹ ਸਾਰਾ ਹੀ ਪਦਾਰਥ ਉਹਨਾਂ ਦਾ ਹੀ ਦਿੱਤਾ ਹੋਇਆ ਵਾ। ਤੇ ਉੱਥੇ ਸੇਵਾ ਵਿੱਚ ਜੋ ਲੱਗ ਜਾਵੇ ਉਹ ਸਫਲ ਹੋ ਜਾਵੇਗਾ, ਲੈ ਜਾਓ। ਰਾਏ ਬੁਲਾਰ ਜੀ ਨੇ ਖੁੱਲ ਦਿਲੀ ਦੇ ਨਾਲ ਆਖਿਆ ਵੀ ਜੋ ਕੁਝ ਚਾਹੀਦਾ ਵਾ, ਪਾਲਕੀਆਂ ਚਾਹੀਦੀਆਂ ਉਹ ਲੈ ਜਾਓ, ਰੱਥ ਜਿੰਨੇ ਚਾਹੀਦੇ ਉਹ ਲੈ ਜਾਓ, ਤੇ ਦੌਲਤ ਰੁਪਈਏ ਜਿੰਨੇ ਚਾਹੀਦੇ ਆ, ਮਾਇਆ ਵੀ ਲੈ ਜਾਓ ਖੁੱਲੀ, ਇਹ ਸਭ ਕੁਝ ਲੈ ਜਾਓ। ਤੇ ਫਿਰ ਸਾਧ ਸੰਗਤ ਜੀ ਘੋੜੇ ਦਿੱਤੇ ਆ ਬਰਾਤ ਦੇ ਵਿੱਚ ਸ਼ਾਮਲ ਕਰਨ ਵਾਸਤੇ ਰਾਏ ਬੁਲਾਰ ਜੀ ਨੇ, ਤੇ ਗਹਿਣਿਆਂ ਦੇ ਨਾਲ ਹੈ ਚੰਗੀ ਤਰ੍ਹਾਂ ਸ਼ਿੰਗਾਰ ਕੇ। ਨੌਕਰਾਂ ਚਾਕਰਾਂ ਨੂੰ ਕਹਿ ਦਿੱਤਾ ਵੀ ਵਧੀਆ ਕਾਠੀਆਂ ਪਾ ਕੇ ਤੇ ਗਹਿਣੇ ਪਾ ਕੇ ਘੋੜੇ ਸਜਾ ਕਰਕੇ ਮਹਿਤਾ ਕਲਿਆਣ ਚੰਦ ਜੀ ਨੂੰ ਦਿਓ, ਇਹਨਾਂ ਨੇ ਬਰਾਤ ਵਿੱਚ ਲੈ ਕੇ ਜਾਣੇ ਹਨ। ਸੋਹਣੀਆਂ ਕਾਠੀਆਂ ਉੱਤੇ ਪਾ ਦਿੱਤੀਆਂ, ਤੇ ਸੋਹਣੀਆਂ ਕਾਠੀਆਂ ਦੇ ਨਾਲ ਜਿਨ੍ਹਾਂ ਦੀ ਬਹੁਤ ਛਵੀ ਜਿਹੜੀ ਹੈ ਉਹ ਬਣੀ ਹੈ। ਇਸੇ ਤਰ੍ਹਾਂ ਰੱਥ ਤੇ ਗੱਡੇ ਉਹਨਾਂ ਨੂੰ ਵੀ ਸਜਾ ਕਰਕੇ, ਬਹੁਤੇ ਤੰਬੂ ਤੇ ਕਨਾਤਾਂ ਵੀ ਲੈ ਲਈਆਂ। ਇਹ ਸਭ ਕੁਝ ਰਾਏ ਬੁਲਾਰ ਜੀ ਨੇ ਦਿੱਤਾ। ਇਹ ਸਭ ਕੁਝ ਦੇ ਕੇ ਤੇ ਫਿਰ ਖੁੱਲਾ ਧਨ ਵੀ ਦਿੱਤਾ ਰਾਏ ਬੁਲਾਰ ਨੇ, ਰੁਪਈਏ ਦਿੱਤੇ। ਹੁਣ ਮਹਿਤਾ ਕਲਿਆਣ ਚੰਦ ਜੀ ਆਪਣੇ ਹੱਥਾਂ ਵਿੱਚ ਲੈਂਦੇ ਨਹੀਂ ਹਨ ਧਨ, ਤੇ ਰਾਏ ਬੁਲਾਰ ਜੀ ਦਿੰਦੇ ਆ। ਮਹਿਤਾ ਕਲਿਆਣ ਚੰਦ ਜੀ ਨਹੀਂ ਲੈਂਦੇ ਆਪਣੇ ਹੱਥਾਂ ਵਿੱਚ, ਤੇ ਰਾਏ ਬੁਲਾਰ ਜੀ ਨੇ ਜੋਰੋ ਜੋਰੀ ਦਿੱਤਾ। ਆਖਿਆ ਨਹੀਂ ਇਹ ਮਹਿਤਾ, ਇਹ ਧਨ ਲੈ ਕੇ ਜਾ ਤੇ ਵਿਆਹ ਤੇ ਖਰਚ, ਤੇ ਖੁੱਲਾ ਖਰਚਾ ਕਰੀ। ਖੁੱਲੇ ਰੁਪਈਏ ਦਿੱਤੇ ਰਾਏ ਬੁਲਾਰ ਨੇ। ਤਾਂ ਇਸ ਤਰ੍ਹਾਂ ਨਮਸਕਾਰ ਕੀਤੀ ਹੈ। ਫਿਰ ਮਹਿਤਾ ਕਲਿਆਣ ਚੰਦ ਜੀ ਨੇ ਰਾਏ ਬੁਲਾਰ ਜੀ ਨੂੰ, ਤੇ ਉਹਨਾਂ ਤੋਂ ਵਿਦਾਇਗੀ ਲੈ ਕੇ ਵਿਦਾ ਹੋਏ। ਰਾਏ ਬੁਲਾਰ ਦੇ ਘਰੋਂ ਫਿਰ ਇਹ ਸਾਜੋ ਸਮਾਨ ਸਾਰਾ ਲਿਆ ਕੇ ਤੇ ਫਿਰ ਆਪਣੇ ਘਰ ਵਿੱਚ ਆ ਗਏ ਹਨ। ਤੇ ਬਹੁਤ ਮਨ ਵਿੱਚ ਖੁਸ਼ ਹੋ ਰਹੇ ਆ। ਇਸੇ ਤਰ੍ਹਾਂ ਫਿਰ ਆਪਣੇ ਆਦਮੀ ਭੇਜ ਕਰਕੇ ਆਪਣਾ ਭਾਈਚਾਰਾ ਜੋ ਬੇਦੀ ਪਰਿਵਾਰ, ਉਹਨਾਂ ਸਾਰਿਆਂ ਨੂੰ ਬੁਲਾਇਆ ਹੈ। ਨਗਰ ਦੇ ਵਿੱਚ ਜੋ ਸੰਬੰਧੀ ਬੇਦੀ ਭਾਈਚਾਰਾ ਰਹਿੰਦਾ ਸੀ, ਉਹਨਾਂ ਸਾਰਿਆਂ ਨੂੰ ਆਪਣੇ ਘਰੇ ਬੁਲਾਇਆ। ਉਹਨਾਂ ਸਾਰਿਆਂ ਨੂੰ ਸਨਮਾਨ ਦਿੱਤਾ ਹੈ, ਆਦਰ ਮਾਣ ਕੀਤਾ ਹੈ, ਤੇ ਫਿਰ ਬੇਨਤੀ ਕੀਤੀ। ਆਖਿਆ ਵੀ ਤੁਸੀਂ ਸਾਰੇ ਜਾਣੋ ਆਪਣੇ ਮਨਾਂ ਦੇ ਵਿੱਚ ਕਿ ਸਾਡੀ ਜਿਹੜੀ ਬੇਦੀ ਵੰਸ਼ ਆ ਨਾ, ਇਹ ਸਾਰੇ ਸੰਸਾਰ ਤੇ ਪ੍ਰਗਟ ਆ। ਆਪਾਂ ਨੂੰ ਲੋਕ ਬੇਦੀ ਕਹਿ ਕੇ ਬੁਲਾਉਂਦੇ ਆ, ਸਾਰੇ ਜਾਣਦੇ ਆ ਭਲੀ ਪ੍ਰਕਾਰ ਆਪਣੀ ਜਿਹੜੀ ਵੰਸ਼ ਹੈ, ਆਪਣਾ ਖਾਨਦਾਨ, ਇਹ ਪ੍ਰਗਟ ਹੈ। ਤੇ ਉਧਰਲੇ ਪਾਸੇ ਜੋ ਮੇਰਾ ਕੁੜਮ ਬਣਨਾ ਹੈ ਨਾ, ਜਿਨ੍ਹਾਂ ਨੇ ਮੇਰੇ ਪੁੱਤਰ ਦੇ ਸਹੁਰਾ ਸਾਹਿਬ, ਉਹ ਵੀ ਰੰਧਾਵਿਆਂ ਦੇ ਨਗਰਾਂ ਦੇ ਪਟਵਾਰੀ ਆ। ਉਹ ਰੰਧਾਵਿਆਂ ਦੇ ਪਟਵਾਰੀ ਕਹਾਉਂਦੇ ਹਨ, ਜਿਨ੍ਹਾਂ ਦੇ ਬਹੁਤੇ ਪਿੰਡਾਂ ਦੀ ਪਟਵਾਰੀ ਦੀ ਨੌਕਰੀ ਉਹਨਾਂ ਕੋਲੇ ਆ, ਬਾਬਾ ਮੂਲ ਚੰਦ ਜੀ ਦੇ ਕੋਲੇ। ਤੇ ਉਹਨਾਂ ਦੀ ਵੀ ਵੱਡੀ ਉੱਚੀ ਜਾਤ ਹੈ। ਤੇ ਤੁਸੀਂ ਉਹ ਬੇਦੀ ਕੁਲ ਵਾਲੇ, ਆਪਣਾ ਹੈ ਬੇਦੀ ਖਾਨਦਾਨ। ਇਸ ਕਰਕੇ ਸਾਰੇ ਜਾਣੇ ਮਿਲ ਕਰਕੇ ਤੇ ਪਵਿੱਤਰ ਜਸ ਕਰੋ, ਆਪਣੀ ਸ਼ੋਭਾ ਵਧਾਓ। ਜਿਹੜੀ ਸੰਸਾਰ ਦੇ ਵਿੱਚ ਰੀਤ ਸੋਭਨੀਕ ਹੈ
ਵੀ ਆਪਣੇ ਖਾਨਦਾਨ ਦੇ ਵਿੱਚ ਕੋਈ ਐਸਾ ਸਮਾਗਮ ਹੋਵੇ, ਐਸਾ ਪ੍ਰੋਗਰਾਮ ਹੋਵੇ, ਉੱਥੇ ਸਾਰਾ ਭਾਈਚਾਰਾ ਮਿਲ ਕੇ ਇਕੱਠਾ ਹੋਵੇ ਤੇ ਸੋਭਾ ਬਣੇ, ਜਸ ਫੈਲੇ। ਤੁਸੀਂ ਇਹ ਨਾ ਸਮਝੋ ਕਿ ਮੇਰੇ ਪੁੱਤਰ ਦਾ ਵਿਆਹ ਵਾ, ਮੇਰੇ ਪੁੱਤਰ ਨਾਨਕ ਦਾ, ਇਹ ਇਕੱਲੀ ਮੇਰੀ ਇੱਜ਼ਤ ਨਹੀਂ ਹੈ, ਇਹ ਸਾਡੀ ਸਾਰੇ ਵੇਦੀਆਂ ਦੀ ਲਾਜ ਆ, ਇਹ ਸਾਡੇ ਸਾਰੇ ਵੇਦੀ ਭਾਈਚਾਰੇ ਦੀ ਇੱਜ਼ਤ ਦੀ ਗੱਲ ਹੈ। ਇਸ ਕਰਕੇ ਤੁਸੀਂ ਸਾਰੇ ਮੇਰੇ ਨਾਲ ਚੱਲੋ ਤੇ ਆਪਾਂ ਪੁੱਤਰ ਦਾ ਵਿਆਹ ਕਰਕੇ ਆਈਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਆਪਣੇ ਸਾਰੇ ਪਰਿਵਾਰ ਨੂੰ ਕਹਿ ਰਹੇ ਆ, ਵੇਦੀ ਭਾਈਚਾਰੇ ਨੂੰ ਕਹਿ ਰਹੇ ਆ ਵੀ ਹੁਣ ਦੇਰੀ ਛੱਡੋ ਤੇ ਛੇਤੀ ਨਾਲ ਤਿਆਰ ਹੋ ਕੇ ਤੇ ਆ ਜਾਓ ਤੇ ਆਪਣੀਆਂ ਸਵਾਰੀਆਂ, ਆਪਣੇ ਘੋੜੇ ਉਹ ਚੰਗੀ ਤਰ੍ਹਾਂ ਸਾਜੋ ਸਮਾਨ ਸੋਹਣਾ ਸਜਾ ਲਓ। ਜਦੋਂ ਮਹਿਤਾ ਕਲਿਆਣ ਚੰਦ ਪਟਵਾਰੀ ਜੀ ਦੀ ਇਹ ਗੱਲ ਸੁਣੀ ਹੈ ਨਾ, ਤੇ ਜਿੰਨੇ ਬੇਦੀ ਭਾਈਚਾਰਾ ਸੀ ਆਪੋ ਆਪਣੇ ਘਰੇ ਜਾ ਕਰਕੇ ਉਹਨਾਂ ਨੇ ਬਾਣੇ ਬੜੇ ਭਲੇ ਪ੍ਰਕਾਰ ਦੇ ਬਣਾ ਲਏ, ਭਾਵ ਵਧੀਆ ਵਧੀਆ ਉਹਨਾਂ ਨੇ ਬਾਣੇ ਪਹਿਨੇ ਹਨ, ਬਸਤਰ ਜਿਹੜੇ ਆ ਉਹ ਨਵੇਂ ਤੇ ਸੋਹਣੇ ਸੋਹਣੇ ਸਜਾ ਲਏ। ਆਪੋ ਆਪਣੇ ਘਰਾਂ ਵਿੱਚ ਉਹਨਾਂ ਸਾਰਿਆਂ ਨੇ ਖੁੱਲਾ ਧਨ ਲੈ ਲਿਆ। ਬੇਦੀਆਂ ਨੇ ਬੜੇ ਸਿਆਣੇ ਸਿਆਣੇ ਦਾਨੇ ਪ੍ਰਧਾਨੇ, ਚੁਸਤ ਚਲਾਕ ਨੌਜਵਾਨ ਵੀ ਬਜ਼ੁਰਗ ਵੀ ਚਿੱਤ ਵਿੱਚ ਚਾਅ ਲੈ ਕੇ ਚੱਲੇ। ਬਹੁਤਾ ਸੋਨਾ, ਸੋਨੇ ਦੇ ਗਹਿਣੇ ਜਿਹੜੇ ਆ ਉਹ ਪਾ ਲਏ। ਸੋਨੇ ਦੇ ਗਹਿਣਿਆਂ ਵਿੱਚ ਨਗ ਵਿੱਚ ਬਣੇ ਹੋਏ ਆ, ਜੜਤਕਾਰੀ ਹੋਈ ਹੈ, ਉਹ ਚਮਕ ਦਮਕਦੇ ਹਨ। ਇਸੇ ਪ੍ਰਕਾਰ ਕੜੇ ਪਾਏ ਹੋਏ ਆ, ਅੰਗਦ ਮੋਢਿਆਂ ਤੇ ਕੋਈ ਸਜਾਵਟ ਜਿਹੜੇ ਬਹੁਤੇ ਪਾਏ ਹੋਏ ਹਨ ਤੇ ਮੁੱਖ ਮੰਡਲ ਸਾਰੇ ਬੇਦੀ ਭਾਈਚਾਰੇ ਦੇ ਬੜੇ ਸੁੰਦਰ ਸੋਹਣੀਕ ਦਿਸ ਰਹੇ ਹਨ। ਇਹ ਬੇਦੀਆਂ ਨੇ ਆਪਣੇ ਗਲਾਂ ਦੇ ਵਿੱਚ ਬੜੀਆਂ ਸੋਹਣੀਆਂ ਮਾਲਾ ਪਾਈਆਂ ਮੋਤੀਆਂ ਦੀਆਂ, ਤੇ ਫਿਰ ਇਹਨਾਂ ਨੇ ਇਸੇ ਤਰ੍ਹਾਂ ਪਰਨੇ ਲਏ ਆ ਮੋਢਿਆਂ ਤੇ ਰੱਖਣ ਵਾਸਤੇ, ਬਹੁਤ ਹੀ ਸੋਹਣੇ ਜੋ ਮਨ ਨੂੰ ਭਾਉਂਦੇ ਆ। ਪੁਰਾਣੇ ਬਜ਼ੁਰਗ, ਪੁਰਾਣੇ ਲੋਕ ਉਹ ਸੁਭਾਵਕ ਹੀ ਸਾਧ ਸੰਗਤ ਜੀ ਪਰਨਾ ਮੋਢੇ ਤੇ ਹੀ ਰੱਖਿਆ ਕਰਦੇ ਸਨ, ਚਾਦਰ ਮੋਢੇ ਤੇ ਰੱਖਦੇ ਹੁੰਦੇ ਸਨ। ਜਦੋਂ ਵੀ ਕਿਤੇ ਸੱਜੇ ਖੱਬੇ ਜਾਣਾ ਜਾਂ ਰਿਸ਼ਤੇਦਾਰੀ ਵਿੱਚ ਜਾਣਾ ਤੇ ਚਾਦਰ ਮੋਢੇ ਤੇ ਹੀ ਰੱਖਣੀ, ਨਾਲੇ ਜਿੱਥੇ ਕਿਤੇ ਵਰਤ ਵੀ ਲਈ ਜਾਂਦੀ ਸੀ। ਇਸ ਕਰਕੇ ਉਹਨਾਂ ਨੇ ਕਹਿੰਦੇ ਵੀ ਜਿਹੜੇ ਇਹ ਦਕੂਲ ਵਾ, ਇਹ ਇਸੇ ਪ੍ਰਕਾਰ ਇਹ ਦੁਪੱਟੇ ਕਹੀਏ, ਇਹ ਪਰਨੇ ਹਨ, ਉਹ ਪਰਨੇ ਆਪਣੇ ਮੋਢਿਆਂ ਤੇ ਰੱਖੇ ਹਨ ਤੇ ਆਪਣੇ ਸੀਸਾਂ ਦੇ ਉੱਤੇ, ਆਪਣੇ ਸਿਰਾਂ ਦੇ ਉੱਤੇ ਪੇਚ ਬਣਾ ਬਣਾ ਕੇ ਦਸਤਾਰਾਂ ਬੰਨੀਆਂ। ਇੱਕ ਇੱਕ ਪੇਚ, ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਬਹੁਤਿਆਂ ਨੇ ਕਹਿੰਦੇ ਕਲਗੀਆਂ ਵੀ ਲਾਈਆਂ ਹੋਈਆਂ ਤੇ ਬੜੇ ਸੋਭ ਰਹੇ ਹਨ, ਜੋ ਜਿਸ ਤਰ੍ਹਾਂ ਦਾ ਉਦੋਂ ਦਾ ਰੀਤੀ ਰਿਵਾਜ ਸੀ। ਤੇ ਬਹੁਤੇ ਜਿਹੜੇ ਹਨ ਉਹ ਸ਼ੈਲ ਛਬੀਲੇ ਬਾਂਕੇ ਨੌਜਵਾਨ ਸੋਭਾ ਦੇ ਨਾਲ ਭਰੇ ਹੋਏ, ਜਿਨ੍ਹਾਂ ਨੇ ਕਹਿੰਦੇ ਵੀ ਛਾਪਾਂ ਛੱਲੇ ਵੀ ਹੱਥਾਂ ਵਿੱਚ ਪਾਏ ਹੋਏ। ਇਹ ਉਹਨਾਂ ਦਾ ਰੀਤੀ ਰਿਵਾਜ ਸੀ। ਤੇ ਮਹਾਰਾਜ ਸਾਹਿਬ ਜੀ ਨੇ ਤਾਂ ਫਿਰ ਸਾਧ ਸੰਗਤ ਜੀ, ਗਰੀਬ ਨਵਾਜ ਸਾਹਿਬ ਜੀ ਨੇ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਫਿਰ ਰਹਿਤ ਮਰਿਆਦਾ ਤੇ ਫਿਰ ਇਹ ਛੱਲੇ ਛਾਪਾਂ ਜਿਹੜੀਆਂ ਵਾ ਇਹਦਾ ਤਿਆਗ ਹੀ ਕਰਵਾਇਆ ਵਾ ਗੁਰੂ ਸਾਹਿਬ ਜੀ। ਪੰਜ ਪਿਆਰੇ ਸਾਹਿਬਾਨ ਜਿਸ ਵੇਲੇ ਅੰਮ੍ਰਿਤ ਛਕਾਉਂਦੇ ਆ ਨਾ, ਤੇ ਜੇ ਕੋਈ ਛੱਲਾ ਛਾਪ ਕਿਸੇ ਦੇ ਹੱਥ ਵਿੱਚ ਹੋਵੇ ਤੇ ਉਹ ਲਵਾ ਦਿੰਦੇ ਉਸ ਮੌਕੇ। ਕਹਿੰਦੇ ਪਹਿਲੋਂ ਲਾ ਕੇ ਤੇ ਸਾਬਣ ਨਾਲ ਹੱਥ ਧੋ ਕੇ ਆ ਜਾਂ ਰੇਤਾ ਨਾਲ ਹੱਥ ਮਾਂਜ ਕੇ ਆ, ਤੇ ਫਿਰ ਆ ਵੀ ਜੇ ਕਿਸੇ ਨੇ ਕੰਨ 'ਚ ਕੋਈ ਪਾਇਆ ਹੋਵੇ, ਨੱਕ 'ਚ ਪਾਇਆ ਹੋਵੇ, ਉਹ ਵੀ ਲਵਾ ਦਿੰਦੇ ਪੰਜ ਪਿਆਰੇ ਸਾਹਿਬ। ਉਦੋਂ ਮਗਰੋਂ ਆ ਕੇ ਫਿਰ ਕਈ ਪਾ ਲੈਂਦੇ, ਫਿਰ ਨਹੀਂ ਮੰਨਦੇ। ਪਰ ਮੰਨਣੀ ਤੇ ਚਾਹੀਦੀ ਗੱਲ ਵੀ ਜੇ ਪੰਜਾਂ ਪਿਆਰਿਆਂ ਨੇ ਲਵਾ ਦਿੱਤਾ, ਅੰਮ੍ਰਿਤ ਛਕਾਉਣ ਲੱਗਿਆ ਤੇ ਪਜਾਮੇ ਵੀ ਲਵਾ ਦਿੰਦੇ ਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਕਿ ਕਛਹਿਰੇ ਇਕੱਲੇ ਪਾਉਣੇ ਆ, ਪਜਾਮੇ ਲਵਾ ਦਿੰਦੇ ਆ। ਇਹ ਮਰਿਆਦਾ ਵਾ, ਕਿਉਂਕਿ ਉਸ ਟਾਈਮ ਸਮੇਂ ਤੇ ਉਹ ਮਰਿਆਦਾ ਮੰਨਣੀ ਪੈਂਦੀ ਆ। ਤੇ ਬਾਅਦ ਵਿੱਚ ਕਈ ਕਹਿਣਗੇ ਆ ਇਹ ਜੀ ਪਜਾਮਾ ਨਹੀਂ ਪਾਉਂਦਾ, ਵੀ ਜਦੋਂ ਅੰਮ੍ਰਿਤ ਛਕਾਉਂਦੇ ਹੋ ਤੇ ਤੁਸੀਂ ਵੀ ਲਾ ਕੇ ਹੀ ਛਕਿਆ ਉਸ ਮੌਕੇ ਤੇ।
ਹੁਣ ਭਾਵੇਂ ਜਿਵੇਂ ਮਰਜ਼ੀ ਆਖੀ ਜਾਓ। ਤੋ ਇਸ ਤਰੀਕੇ ਦੇ ਨਾਲ ਜਿਹੜੀ ਮਰਿਆਦਾ ਵਾ ਉਹ ਕਿਸੇ ਵੀ ਸੰਸਥਾ ਦੇ ਪੰਜ ਪਿਆਰੇ ਹੋਣ, ਪੰਜ ਪਿਆਰੇ ਆਪ ਵੀ ਪਜਾਮਾ ਲਾ ਕੇ ਅੰਮ੍ਰਿਤ ਤਿਆਰ ਕਰਦੇ ਆ ਤੇ ਅੰਮ੍ਰਿਤ ਛਕਣ ਵਾਲਿਆਂ ਨੂੰ ਵੀ ਪਜਾਮੇ ਲਾ ਕੇ ਛਕਾਉਂਦੇ ਆ ਅੰਮ੍ਰਿਤ। ਹਰ ਇੱਕ ਸੰਸਥਾ ਦੇ ਭਾਵੇਂ ਕਿਸੇ ਵੀ ਸੰਸਥਾ ਨਾਲ ਸੰਬੰਧ ਰੱਖਦੇ ਹੋਣ ਪੰਜ ਪਿਆਰੇ ਸਾਹਿਬਾਨ, ਇੱਕੋ ਹੀ ਮਰਿਆਦਾ ਹੈ ਸਾਰੇ ਪਾਸੇ। ਤੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਨੱਕ ਦੇ ਵਿੱਚੋਂ ਵੀ ਕੰਨ ਵਿੱਚ ਵੀ ਜੇ ਕਿਸੇ ਨੇ ਕੁਝ ਪਾਇਆ ਹੋਵੇ ਤੇ ਉਸ ਵੇਲੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਵੀ ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਇਹ ਨੱਕ ਕੰਨ ਛੇਦਣ ਦਾ ਭਾਈ, ਇਹ ਨੱਕ ਕੰਨ ਜਿਹੜਾ ਇਹ ਨਹੀਂ ਵਿੰਨਣਾ ਹੈ। ਤੇ ਜੇ ਤੁਸੀਂ ਪਹਿਲਾਂ ਇਹ ਬਣਾਏ ਹੋਏ ਆ ਤੇ ਇਹ ਹੁਣ ਲਾ ਦਿਓ ਤੇ ਅੱਜ ਤੋਂ ਬਾਅਦ ਨਹੀਂ ਪਹਿਨਣੇ। ਤੇ ਹੋਰ ਕੋਈ ਛਾਪਾਂ ਛੱਲੇ ਪਾਏ ਹੋਣ ਉਹ ਵੀ ਲਵਾ ਦਿੰਦੇ, ਕਿਉਂਕਿ ਛਾਪਾਂ ਛੱਲੇ ਜਿਸ ਵੇਲੇ ਹੱਥਾਂ ਵਿੱਚ ਪਾਏ ਹੋਣ ਸਾਧ ਸੰਗਤ ਜੀ ਤੇ ਫਿਰ ਅਸੀਂ ਆਪਣੀ ਸਰੀਰਕ ਕਿਰਿਆ ਜਿਸ ਵੇਲੇ ਸੋਧਦੇ ਹਾਂ ਤੇ ਉਸ ਮੌਕੇ ਤੇ ਹੱਥ ਫਿਰ ਚੰਗੀ ਤਰ੍ਹਾਂ ਮਾਂਜੇ ਨਹੀਂ ਜਾਂਦੇ, ਇਸ ਕਰਕੇ ਉਹ ਲਵਾ ਦਿੰਦੇ ਹਨ। ਤਾਂ ਇਹ ਜੋ ਗੁਰਮਤਿ ਦੀ ਮਰਿਆਦਾ ਹੈ, ਤਾਂ ਇਸ ਮੌਕੇ ਤੇ ਉਹਨਾਂ ਵੇਦੀ ਭਾਈਚਾਰੇ ਨੇ ਜਿਵੇਂ ਆਮ ਸੰਸਾਰੀ ਤੌਰ ਤੇ ਲੋਕ ਪਹਿਨਦੇ ਆ, ਉਹਨਾਂ ਨੇ ਵੀ ਕਹਿੰਦੇ ਕਿ ਛਾਪਾਂ ਛੱਲੇ ਜਿਹੜੇ ਹੱਥਾਂ ਵਿੱਚ ਪਾਏ ਹੋਏ ਹਨ ਤੇ ਸੱਜ ਕੇ ਨਾ ਚੰਗੀ ਤਰ੍ਹਾਂ ਨਵੇਂ ਵਸਤਰ ਪਹਿਨ ਕੇ ਆਪੋ ਆਪਣੇ ਵਾਹਨ, ਕਿਸੇ ਨੇ ਗੱਡਾ ਸਜਾ ਲਿਆ, ਕਿਸੇ ਨੇ ਰੱਥ ਸਜਾ ਲਿਆ, ਕਿਸੇ ਨੇ ਸਾਧ ਸੰਗਤ ਜੀ ਘੋੜੇ ਸਾਜ ਲਏ, ਉਹ ਆਪਣੀਆਂ ਸਵਾਰੀਆਂ ਜਿਹੜੀਆਂ ਉਹਨਾਂ ਨੂੰ ਆਪ ਵੀ ਸੱਜ ਕੇ ਉਹਨਾਂ ਨੂੰ ਵੀ ਸਜਾ ਕਰਕੇ ਉਹ ਬਰਾਤੀ ਤਿਆਰ ਹੋ ਗਏ ਬੇਦੀ ਖਾਨਦਾਨ ਦੇ ਮਹਿਤਾ ਕਲਿਆਣ ਚੰਦ ਜੀ ਦੇ ਨਾਲ ਆਉਣ ਵਾਸਤੇ। ਕਈ ਕਹਿੰਦੇ ਰੱਥਾਂ ਦੇ ਉੱਤੇ ਸਵਾਰ ਹੋ ਗਏ ਵੇਦੀ ਭਾਈਚਾਰਾ, ਕਈ ਘੋੜਿਆਂ ਦੇ ਉੱਤੇ ਸਵਾਰ ਹੋ ਗਏ, ਕਈ ਗੱਡਿਆਂ ਦੇ ਉੱਤੇ ਸਵਾਰ ਹੋ ਗਏ। ਇਸੇ ਤਰ੍ਹਾਂ ਜਿਹੜੇ ਉਹ ਛਾਲ ਪਾਏ ਹੋਏ ਆ ਨਾ, ਉਹ ਤਿੱਲੇ ਦੇ ਨਾਲ ਜੜਤਕਾਰੀ ਹੋਈ ਹੈ ਤੇ ਉਹ ਘੋੜਿਆਂ ਦੇ ਉੱਤੇ ਰੱਥਾਂ ਦੇ ਉੱਤੇ ਜਿਹੜੇ ਉਹ ਪਾਏ ਹੋਏ ਹਨ। ਵਾਜੇ ਵਜਾਉਣ ਵਾਲੇ ਵੀ ਨਾਲ ਚੱਲ ਪਏ, ਉੱਥੋਂ ਹੀ ਲੈ ਲਏ ਮਹਿਤਾ ਕਲਿਆਣ ਚੰਦ ਜੀ ਨੇ, ਪਿਤਾ ਜੀ ਨੇ। ਕਿੰਨਾ ਚਾਅ ਵਾ ਕਿ ਇੱਥੋਂ ਹੀ ਉਹ ਵਾਜਿਆਂ ਵਾਲੇ ਲੈ ਕੇ ਜਾਣੇ ਨਾਲ, ਫੌਜੀ ਬੈਂਡ ਵੀ ਇੱਥੋਂ ਹੀ ਨਾਲ ਲੈ ਕੇ ਜਾਣਾ। ਉਹਨਾਂ ਨੂੰ ਨਾਲ ਲੈ ਲਿਆ ਵਾਜੇ ਵਜਾਉਣ ਵਾਲਿਆਂ ਨੂੰ। ਹੋਰ ਕਈ ਕੌਤਕ ਕਰਨ ਵਾਲੇ, ਕਈ ਤਰ੍ਹਾਂ ਦੇ ਕੌਤਕ ਕਰਦੇ ਹੁੰਦੇ ਵਿਆਹਾਂ ਦੇ ਵਿੱਚ, ਉਹ ਕੌਤਕ ਕਰਨ ਵਾਲੇ ਵੀ ਨਾਲ ਚੱਲ ਪਏ, ਭੰਡ ਆਦਿਕ। ਤੇ ਭਾਰ ਚੁੱਕਣ ਵਾਲੇ ਵੀ ਬਹੁਤੇ ਜ਼ਿਆਦਾ ਤਿਆਰ ਹੋ ਗਏ, ਕਿਉਂਕਿ ਸਾਜੋ ਸਮਾਨ ਵੀ ਨਾਲ ਬੜਾ ਚੁੱਕ ਕੇ ਲੈ ਕੇ ਆਉਣਾ। ਕਈ ਤੰਬੂ ਕਨਾਤਾਂ, ਕਈ ਸਾਜੋ ਸਮਾਨ, ਉਹ ਪੂਰਾ ਹੀ ਸਾਰਾ ਪੜਾ ਜਿਹੜਾ ਹੈ ਜਿੱਥੇ ਜਾਣਾ ਉੱਥੇ ਤੰਬੂ ਕਨਾਤਾਂ ਲਾਉਣੀਆਂ ਪੈਣੀਆਂ। ਇਸ ਕਰਕੇ ਭਾਰ ਨੂੰ ਚੁੱਕਣ ਵਾਲੇ ਨੌਕਰ ਚਾਕਰ ਵੀ ਬਹੁਤੇ ਨਾਲ ਲੈ ਲਏ। ਉਸ ਮੌਕੇ ਤੇ ਊਠਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਨਗਾਰੇ ਉਹ ਰੱਖ ਲਏ ਹਨ। ਤੇ ਬਹੁਤ ਸੋਹਣੇ ਰੱਖੇ ਹੋਏ ਸੱਜ ਰਹੇ ਆ। ਤੇ ਇੱਕੇ ਵਾਰੀ ਜਿਸ ਵੇਲੇ ਉਹ ਡੰਕੇ ਨਗਾਰੇ ਵਜਾਏ ਜਾਂਦੇ ਹਨ ਤੇ ਬਹੁਤ ਆਵਾਜ਼ ਆਉਂਦੀ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਬਰਾਤ ਵਿੱਚ ਸ਼ਾਮਲ ਹੋਣ ਵਾਸਤੇ ਗੁਰੂ ਸਾਹਿਬ ਜੀ ਦੇ ਨਗਰ ਦੇ ਵਿੱਚੋਂ ਬੇਦੀ ਪਰਿਵਾਰ ਤਿਆਰ ਹੋ ਕਰਕੇ, ਨੌਜਵਾਨ ਬਜ਼ੁਰਗ ਉਹ ਸੱਜ ਧੱਜ ਕੇ ਤੇ ਗੱਡੇ ਰੱਥ ਘੋੜੇ ਊਠ ਇਹ ਸਾਰੇ ਤਿਆਰ ਕਰਕੇ ਤੇ ਰਾਏ ਭੋਏ ਦੀ ਤਲਵੰਡੀ ਤੋਂ ਚੱਲਣ ਲੱਗੇ। ਬਰਾਤ ਤਾਂ ਇੱਥੋਂ ਹੀ ਚੱਲਣੀ ਆ, ਸੁਲਤਾਨਪੁਰ ਲੋਧੀ ਤੋਂ, ਭਾਈਆ ਜੈ ਰਾਮ ਜੀ ਦੇ ਘਰੋਂ, ਬੇਬੇ ਨਾਨਕੀ ਜੀ ਦੇ ਘਰੋਂ। ਪਰ ਉੱਥੋਂ ਮਾਤਾ ਪਿਤਾ ਜੀ ਤੇ ਨਾਨਕਾ ਪਰਿਵਾਰ ਆ ਰਿਹਾ ਹੈ, ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ। ਹੁਣ ਜਿਸ ਵੇਲੇ ਉੱਥੋਂ ਚੱਲੇ ਆ ਨਾ, ਇਹ ਬਰਾਤ ਦਾ ਹੀ ਰੂਪ ਆ। ਬਰਾਤ ਸਾਰੀ ਉੱਥੋਂ ਤਿਆਰ ਹੋ ਕਰਕੇ ਚੱਲਣ ਲੱਗੀ ਹੈ। ਲਾੜਾ ਰੂਪ ਸਤਿਗੁਰੂ ਜੀ ਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹਨ। ਹੁਣ ਮਾਈਆਂ ਬੀਬੀਆਂ ਤੋਰਨ ਲੱਗੀਆਂ, ਜਿਨ੍ਹਾਂ ਨੇ ਘਰਾਂ ਵਿੱਚ ਰਹਿਣਾ ਵਾ ਉਹਨਾਂ ਨੇ ਉੱਥੋਂ ਹੀ ਸ਼ਗਨ ਮਨਾਉਣੇ। ਇਸ ਕਰਕੇ ਉੱਥੋਂ ਜੋ ਬੇਦੀ ਖਾਨਦਾਨ ਦੀਆਂ ਮਾਈਆਂ ਬੀਬੀਆਂ ਸੀ ਨਾ, ਨੌਵਾਂ ਧੀਆਂ ਸੀ, ਉਹ ਮਹਿਤਾ ਕਲਿਆਣ ਚੰਦ ਜੀ ਦੇ ਇਹ ਜਿੰਨੇ ਬਾਕੀ ਰਿਸ਼ਤੇਦਾਰ ਉਹਨਾਂ ਨੂੰ ਬੜੇ ਸ਼ਗਨ ਮਨਾ ਕੇ ਖੁਸ਼ੀ ਦੇ ਨਾਲ ਤੋਰਨ ਲੱਗੀਆਂ। ਬੇਦੀ ਯਾਨੀ ਕਿ ਬਰ ਸੁੰਦਰੀ, ਬੇਦੀ ਕਹਿੰਦੇ ਪਰਿਵਾਰ ਦੀ ਸ੍ਰੇਸ਼ਟ ਜੋ
ਉਹ ਸੁੰਦਰ ਸਰੂਪ ਵਾਲੀਆਂ ਮਾਈਆਂ ਬੀਬੀਆਂ ਹਨ ਤੇ ਮਿੱਠੀ ਮਿੱਠੀ ਧੁਨ ਦੇ ਨਾਲ ਉਹਨਾਂ ਨੇ ਉਸ ਮੌਕੇ ਤੇ ਸੱਭਿਅਕ ਗੀਤ ਗਾਏ। ਬਹੁਤ ਹੀ ਜ਼ਿਆਦਾ ਹਿਰਦੇ ਵਿੱਚ ਖੁਸ਼ ਹੋ ਰਹੀਆਂ ਹਨ, ਬਾਕੀ ਵੀ ਸਾਰੇ ਖੁਸ਼ ਹੋ ਰਹੇ। ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਤੋਂ ਬਰਾਤੀ ਸਨ, ਉਹ ਸਾਰੇ ਇੱਕ ਬਰਾਤ ਦਾ ਹੀ ਰੂਪ ਹੈ। ਬਰਾਤ ਭਾਵੇਂ ਉਸ ਮੌਕੇ ਤੇ ਹੁੰਦੀ ਹੈ ਜਦੋਂ ਲਾੜਾ ਵਿੱਚ ਹੋਵੇ, ਉਸ ਮੌਕੇ ਤੇ ਬਰਾਤ ਦੀ ਪੂਰੀ ਕਦਰ ਕੀਮਤ ਪੈਂਦੀ। ਬਰਾਤ ਆਖਿਆ ਹੀ ਉਹਨੂੰ ਜਾਂਦਾ, ਪਰ ਉਹ ਬਰਾਤ ਵਿੱਚ ਸ਼ਾਮਲ ਹੋਣ ਵਾਸਤੇ ਸਾਰਾ ਪਰਿਵਾਰ ਆ ਰਿਹਾ, ਇਸ ਕਰਕੇ ਬਰਾਤ ਆਖਿਆ ਹੈ। ਉਸ ਬਰਾਤ ਨੂੰ ਉੱਥੋਂ ਚੜ੍ਹਾ ਕਰਕੇ ਸੁਲਤਾਨਪੁਰ ਲੋਧੀ ਵੱਲ ਨੂੰ ਤੋਰ ਕਰਕੇ ਫਿਰ ਘਰਾਂ ਨੂੰ ਮੁੜ ਗਈਆਂ ਮਾਈਆਂ ਬੀਬੀਆਂ। ਮਹਿਤਾ ਕਲਿਆਣ ਚੰਦ ਜੀ ਵੀ ਅਸਵਾਰ ਹੋ ਗਏ। ਇਸੇ ਤਰ੍ਹਾਂ ਚਾਚਾ ਲਾਲੂ ਜੀ ਨੇ ਵੀ ਬਹੁਤਾ ਧਨ ਲਿਆ ਹੈ। ਰਾਏ ਭੋਏ ਦੀ ਤਲਵੰਡੀ ਨਗਰ ਤਿਆਗ ਦਿੱਤਾ ਹੈ ਤੇ ਰਸਤੇ ਉੱਤੇ ਪੈਰ ਪਾਏ ਹਨ। ਤੇ ਮਹਾਰਾਜ ਸਾਹਿਬ ਜੀ ਦੇ ਨਾਨਾ ਬਾਬਾ ਰਾਮਾ ਜੀ ਨੇ ਬਹੁਤਾ ਧਨ ਲਿਆ, ਉਹ ਵੀ ਚੱਲ ਪਏ ਨਾਲ। ਉਹਨਾਂ ਦੇ ਪੁੱਤਰ ਕ੍ਰਿਸ਼ਨਾ ਸੋਨਾਮਾ, ਜਿਨ੍ਹਾਂ ਦਾ ਨਾਮ ਹੈ ਸ੍ਰੀ ਕ੍ਰਿਸ਼ਨਾ ਜੀ, ਜੋ ਗੁਰੂ ਜੀ ਦੇ ਸਤਿਕਾਰਯੋਗ ਮਾਮਾ ਜੀ ਹਨ, ਉਹ ਵੀ ਨਾਲ ਚੱਲ ਪਏ। ਜਿਨ੍ਹਾਂ ਨੇ ਹਿਰਦੇ ਵਿੱਚ ਬਹੁਤ ਇੱਛਾ ਧਾਰਨ ਕੀਤੀ ਹੋਈ ਹੈ ਤੇ ਛੇਤੀ ਦੇ ਨਾਲ ਸੁਲਤਾਨਪੁਰ ਵੱਲ ਨੂੰ ਆ ਰਹੇ ਹਨ ਵੱਧ ਕਰਕੇ। ਸਾਰਾ ਦਿਨ ਸਫ਼ਰ ਤੈਅ ਕਰਦੇ ਆ ਤੇ ਰਾਤ ਦੇ ਮੌਕੇ ਤੇ ਪੜਾਅ ਕਰ ਲੈਂਦੇ ਹਨ। ਇਸ ਤਰੀਕੇ ਨਾਲ ਸਾਰਾ ਸਫ਼ਰ ਮੁਕਾਉਂਦਿਆਂ ਹੋਇਆਂ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਦਾ ਸਫ਼ਰ ਸਾਰਾ ਮੁਕਾ ਕੇ ਤੇ ਬੇਬੇ ਨਾਨਕੀ ਜੀ ਦੇ ਘਰ ਵਿੱਚ ਸਾਰਾ ਪਰਿਵਾਰ ਆ ਗਿਆ। ਜਾਣੋ ਕਿ ਆਨੰਦ ਦਾ ਸਮੁੰਦਰ ਵਾ ਤੇ ਆਨੰਦ ਦੇ ਸਮੁੰਦਰ ਵਿੱਚ ਮਿਲ ਕਰਕੇ ਜਿਵੇਂ ਮੱਛੀਆਂ ਕੇਲ ਕਰਦੀਆਂ ਖੁਸ਼ੀ ਮਨਾਉਂਦੀਆਂ, ਇਸ ਤਰ੍ਹਾਂ ਇਹ ਸਾਰਾ ਪਰਿਵਾਰ ਆਨੰਦ ਦੇ ਸਮੁੰਦਰ ਵਿੱਚ ਖੁਸ਼ੀਆਂ ਮਨਾ ਰਹੇ ਹਨ। ਇਹ ਸਾਰੇ ਕਹਿ ਰਹੇ ਆ ਕਿ ਸਾਡਾ ਪੁੱਤਰ ਸ੍ਰੀ ਨਾਨਕ ਸਪੁੱਤਰ ਹੋਇਆ ਹੈ, ਸ੍ਰੇਸ਼ਟ ਪੁੱਤਰ ਹੋਇਆ ਹੈ। ਜਿਸ ਕਰਕੇ ਅੱਜ ਇਹ ਮਨ ਭਾਉਂਦੀਆਂ ਖੁਸ਼ੀਆਂ ਅਸੀਂ ਕਰ ਰਹੇ ਹਾਂ। ਭਾਈਆ ਜੈ ਰਾਮ ਜੀ ਨੇ ਜਦੋਂ ਵੇਖਿਆ ਕਿ ਸਾਰਾ ਨਾਨਕਾ ਦਾਦਕਾ ਪਰਿਵਾਰ ਆਇਆ ਹੈ, ਉਹਨਾਂ ਨੇ ਆ ਕੇ ਇੱਕ ਇੱਕ ਦਾ ਸਾਰਿਆਂ ਦਾ ਸਨਮਾਨ ਕੀਤਾ, ਸਾਰਿਆਂ ਨੂੰ ਮਿਲੇ ਆਦਰ ਦੇ ਨਾਲ। ਆਪਣੇ ਘਰ ਵਿੱਚ ਉਹਨਾਂ ਸਾਰਿਆਂ ਨੂੰ ਜਥਾ ਜੋਗ, ਜਿੱਥੇ ਜੋਗ ਸੀ ਬਣਦਾ ਠੀਕ ਉਹ ਥਾਂ ਦਿੱਤਾ ਹੈ ਤੇ ਸਾਰਿਆਂ ਨੂੰ ਡੇਰਾ ਕਰਵਾਇਆ ਹੈ। ਆਪਣੀ ਧੀ ਬੇਬੇ ਨਾਨਕੀ ਜੀ ਦੇ ਪਾਸ ਜਾ ਕਰਕੇ ਪਿਤਾ ਮਹਿਤਾ ਕਲਿਆਣ ਚੰਦ ਜੀ ਸੁਖ ਪਾ ਕੇ ਮਿਲੇ ਤੇ ਫਿਰ ਆਪਣੇ ਨੌਕਰ ਨੂੰ ਭੇਜ ਕਰਕੇ ਮਿੱਠਾ ਮੰਗਵਾਇਆ ਹੈ ਮਹਿਤਾ ਕਲਿਆਣ ਚੰਦ ਜੀ ਨੇ, ਤੇ ਬੇਬੇ ਨਾਨਕੀ ਜੀ ਨੂੰ ਆਪਣੀ ਪੁੱਤਰੀ ਨੂੰ ਦਿੱਤਾ ਹੈ ਕਿ ਧੀ ਰਾਣੀਏ ਆ ਮਠਿਆਈ ਵੰਡ। ਸਾਰਾ ਹੀ ਸਾਜੋ ਸਮਾਨ ਜੋ ਸੰਭਾਲ ਕੇ ਰੱਖਿਆ ਸੀ, ਪੰਡਾ ਬੰਨ ਬੰਨ ਕੇ ਗੱਡਿਆਂ ਤੇ ਰੱਥਾਂ ਤੇ ਲੱਖ ਕੇ ਲਿਆਂਦੀਆਂ ਸਨ। ਉਹ ਸਭ ਗੱਡਿਆਂ ਦੇ ਉੱਤੋਂ ਸਾਰਾ ਹੀ ਭਾਰ ਸਾਜੋ ਸਮਾਨ ਪੰਡਾ ਚੁੱਕ ਚੁੱਕ ਕੇ ਘਰੇ ਲਿਆਂਦੀਆਂ, ਲਿਆ ਕੇ ਭਾਈਆ ਜੈ ਰਾਮ ਜੀ ਦੇ ਬੇਬੇ ਨਾਨਕੀ ਜੀ ਦੇ ਘਰੇ ਟਿਕਾ ਕੇ ਰੱਖੀਆਂ। ਇੱਧਰ ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਸਹੁਰਾ ਸਾਹਿਬ ਜੀ ਉਹ ਮਿਲੇ ਆ ਮਹਿਤਾ ਕਲਿਆਣ ਚੰਦ ਜੀ ਨੂੰ, ਬਾਕੀ ਸਾਰੇ ਪਰਿਵਾਰ ਨੂੰ ਮਿਲ ਕੇ ਰਾਜੀ ਖੁਸ਼ੀ ਪੁੱਛੀ ਹੈ, ਗੱਲਬਾਤ ਕੀਤੀ ਹੈ। ਉਹਨਾਂ ਵੇਖਿਆ ਹੈ ਕਿ ਇਹ ਬੇਦੀ ਪਰਿਵਾਰ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ, ਬਾਕੀ ਪਰਿਵਾਰ ਚਾਚਾ ਜੀ, ਹੋਰ ਬੇਦੀ ਭਾਈਚਾਰਾ ਤੇ ਫਿਰ ਨਾਨਕਾ ਪਰਿਵਾਰ ਵੀ ਆਇਆ ਤੇ ਬਾਬਾ ਪਰਮਾਨੰਦ ਜੀ ਸਾਰਿਆਂ ਨੂੰ ਵੇਖ ਕਰਕੇ ਖੁਸ਼ ਹੋਏ ਆ। ਫਿਰ ਇੱਥੇ ਸਾਰੇ ਮਿਲ ਕਰਕੇ ਇੱਥੇ ਖੁਸ਼ੀਆਂ ਮਨਾ ਕੇ ਸਾਰੇ ਸੁਲਤਾਨਪੁਰ ਲੋਧੀ ਦੇ ਵਿੱਚ ਮਠਿਆਈਆਂ ਵੰਡੀਆਂ ਸੀ ਮਹਿਤਾ ਕਲਿਆਣ ਚੰਦ ਜੀ। ਉਹ ਕਿਵੇਂ ਮਠਿਆਈਆਂ ਵੰਡੀਆਂ ਸਾਰੇ ਨਗਰੀ ਦੇ ਵਿੱਚ, ਉਹ ਕੱਲ ਨੂੰ ਆਵੇਗਾ ਸਾਧ ਸੰਗਤ ਜੀ ਸਾਰਾ ਜ਼ਿਕਰ।
तो महाराज साहब जी का ऐसा खुशियां दे नाल विआह होया साध संगत जी। कई दिन लगे, पहला उत्थे खुशियां मनाइया गईयां ननकाना साहब की धरती ते, फिर इत्थे मनाइया, इत्थे सारी नगरी च मठियाइयां वंड के फिर इत्थों बरात चढ़ी। वो सारा अगे जिक्र आवेगा, क्योंकि ये राय बुलार ने आख्या सी कि कसर नहीं छड्डनी कोई भी, खुला खर्चा करी। इधर दौलत खां लोधी ने भी, वह भी श्रद्धालु बन गया सी, उन्हें भी खुला खर्चा किया। क्योंकि कई बारी मन च ख्याल आ जाएगा भी इन्नियां मठियाइयां सारी नगरी च किवें वंडियां गईयां। तो साध संगत जी जो महाराज का विआह पुरब जिवें हुण 1 तरीक नूं उधरों नगर कीर्तन आउणा है, आउण वाला 1 सितंबर नूं बटाले की धरती तो, 2 तरीक नूं इधरों ये महाराज के विआह पुरब की खुशी दे विच नगर कीर्तन जाना। ते उस मौके ते भी फिर सारी खुल्लियां मठियाइयां चलनियां चाहिदियां हन महाराज साहब जी का विआह पुरब के उत्ते। तो खुशियां दे नाल गुरु साहब जी का विआह पुरब गुरु कीआं संगतां हर साल मनाउंदियां हन। लख खुशियां पातशाहियां जे सतगुर नदर करे, निमख एक हर नाम दे, मेरा मन तन शीतल होए। गुरु जी के पावन इतिहास की विचार साझी करते हैं। होइयां भुल्लां चुकां की खिमा देनी जी, अगे वास्ते सतगुरु जी और गुरु की संगत जी समत बख्शनी। देहो सज्जण असीसड़ियां, ज्यों होवै साहिब स्यों मेल। वाहिगुरु 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 वाहिगुरु। हे गोविंद हे गोपाल, हे दयाल लाल, प्राणनाथ अनाथ सखे, दीन दर्द निवार। हे समरथ अगम पूरन, मोहे मया तार। अंधकूप महाभयान, नानक पारे उतार। आए प्रभ शरणागति, कृपा निध दयाल। एक अक्षर हर मन बसत, नानक होत निहाल। कथा निता प्रत होत है, सुनहो सिंह सुजान। नानक गुर गोविंद सिंह जी, सदा करे कल्याण। नानक गुर गोविंद सिंह जी, सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।